BC ਦੇ ਇੱਕ ਗੈਂਗ ਮੁਖੀ ਨੂੰ ਅੱਜ 18 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਅੱਜ ਇੱਕ ਕੇਸ ਦੀ ਸੁਣਵਾਈ ਹੋਈ ਜਿਸ ਵਿੱਚ ਇਹ ਸਜ਼ਾ ਸੁਣਾਈ ਗਈ ਹੈ। ਸਾਲ 2007 ਦੇ ਵਿੱਚ ਇੱਕ ਭਿਆਨਕ ਸ਼ੂਟਿੰਗ ਦੀ ਘਟਨਾ ਵਾਪਰੀ ਸੀ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸੇ ਮਾਮਲੇ ਵਿੱਚ ਹੀ ਗ੍ਰਿਫਤਾਰ ਕੀਤੇ ਗਏ ਜੇਮੀ ਬੇਕਨ ਦੇ ਸੰਬੰਧੀ ਅੱਜ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾਇਆ। 35 ਸਾਲ ਦੇ ਜੇਮੀ ਬੇਕਨ ਨੂੰ 18 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ 13 ਸਾਲ ਉਹ ਪਹਿਲਾਂ ਹੀ ਜੇਲ੍ਹ ਦੇ ਵਿੱਚ ਬਿਤਾ ਚੁੱਕਾ ਹੈ, ਜਿਸ ਤੋਂ ਬਾਅਦ ਹੁਣ ਉਸ ਨੂੰ 5 ਸਾਲ ਅਤੇ 7 ਮਹੀਨੇ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ। 35 ਸਾਲ ਦੇ ਜੇਮੀ ਬੇਕਨ ਨੂੰ ਪੁਲਿਸ ਨੇ 2009 ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ। ਸਰੀ ਦੇ ਇੱਕ ਹਾਈ ਰਾਈਜ਼ ਅਪਾਰਟਮੈਂਟਸ ਵਿੱਚ 6 ਲੋਕਾਂ ਦਾ ਕਤਲ ਕੀਤਾ ਗਿਆ ਸੀ। ਇਸ ਘਟਨਾ ਨੂੰ BC ਦੇ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸ ਘਟਨਾ ਨੂੰ ਸਰੀ 6 ਕਿਲਿੰਗਸ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜੇਮੀ ਬੇਕਨ ਰੈੱਡ ਸਕੋਰਪੀਅਨਸ ਗੈਂਗ ਦਾ ਲੀਡਰ ਦੱਸਿਆ ਜਾਂਦਾ ਹੈ। ਬੇਕਨ ਤੇ ਦੋਸ਼ ਲੱਗੇ ਸਨ ਕਿ ਉਹਨਾਂ ਨੇ ਇਹਨਾਂ ਕਤਲਾਂ ਦੀ ਸਾਜ਼ਿਸ਼ ਰਚੀ ਸੀ, ਜੋ ਕਿ ਇਹ ਦੋਸ਼ ਸਿੱਧ ਹੋ ਗਏ ਨੇ, ਜਿਸ ਤੋਂ ਬਾਅਦ ਉਸ ਨੂੰ ਇਹ ਸਜ਼ਾ ਸੁਣਾਈ ਗਈ ਹੈ। ਇੰਗਲੈਂਡ ਵੱਲੋਂ ਆਪਣੇ ਇਮੀਗ੍ਰੇਸ਼ਨ ਕਾਨੂੰਨ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਕੁਝ ਦਿਨ ਪਹਿਲਾਂ ਇੰਗਲੈਂਡ ਨੇ ਵਰਕ ਵੀਜ਼ਾ ਨੂੰ ਲੈ ਕੇ ਕਈ ਤਬਦੀਲੀਆਂ ਕੀਤੀਆਂ ਸਨ ਅਤੇ ਵਰਕ ਵੀਜ਼ਾ ਨੂੰ ਪੁਆਇੰਟ ਸਿਸਟਮ ਤੇ ਆਧਾਰਿਤ ਕਰ ਦਿੱਤਾ ਸੀ ਅਤੇ ਇਸੇ ਤਰ੍ਹਾਂ ਹੀ ਹੁਣ ਇੰਗਲੈਂਡ ਨੇ ਸਟੂਡੈਂਟ ਵੀਜ਼ਾ ਵੀ ਪੁਆਇੰਟ ਸਿਸਟਮ ਤੇ ਆਧਾਰਿਤ ਕਰ ਦਿੱਤਾ ਹੈ, ਜੋ ਜਲਦੀ ਹੀ ਲਾਗੂ ਹੋ ਜਾਵੇਗਾ। ਜਾਣਕਾਰੀ ਅਨੁਸਾਰ 5 ਅਕਤੂਬਰ 2020 ਤੋਂ ਸਟੂਡੈਂਟ ਵੀਜ਼ਾ ਲੈਣ ਵਾਲਿਆਂ ਲਈ ਨਵੇਂ ਨਿਯਮ ਲਾਗੂ ਹੋ ਜਾਣਗੇ, ਜਿਸ ਦੇ ਤਹਿਤ ਹੁਣ ਉਹਨਾਂ ਨੂੰ ਪੁਆਇੰਟ ਸਿਸਟਮ ਤੇ ਆਧਾਰਿਤ ਸਟੱਡੀ ਵੀਜ਼ਾ ਮਿਲੇਗਾ। ਇੰਗਲੈਂਡ ਦਾ ਸਟੱਡੀ ਵੀਜ਼ਾ ਲੈਣ ਲਈ ਸਭ ਤੋਂ ਪਹਿਲਾਂ ਉਮੀਦਵਾਰ ਨੂੰ ਇੰਗਲੈਂਡ ਦੇ ਕਿਸੇ ਮਨਜ਼ੂਰਸ਼ੁਦਾ ਕਾਲਜ ਜਾਂ ਫਿਰ ਯੂਨੀਵਰਸਿਟੀ ਤੋਂ ਆਫਰ ਲੈਟਰ ਦੀ ਲੋੜ ਹੋਵੇਗੀ, ਜਿਸ ਦੇ ਪੁਆਇੰਟ ਗਿਣੇ ਜਾਣਗੇ। ਉਸ ਤੋਂ ਬਾਅਦ ਵਿਦਿਆਰਥੀ ਦੀ ਇੰਗਲਿਸ਼ ਬੋਲਣ ਦੀ ਸਮਰੱਥਾ ਦੇ ਵੀ ਨੰਬਰ ਮਿਲਣਗੇ ਅਤੇ ਇਸ ਤੋਂ ਇਲਾਵਾ ਉਸ ਦੀ ਆਰਥਿਕ ਸਥਿਤੀ ਵੀ ਦੇਖੀ ਜਾਵੇਗੀ ਕਿ ਉਹ ਇੰਗਲੈਂਡ ਦੇ ਵਿੱਚ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਦੇ ਯੋਗ ਉਸ ਕੋਲ ਫੰਡਸ ਹੈਗੇ ਨੇ ਜਾਂ ਫਿਰ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰਿਤ ਉਹਨਾਂ ਨੂੰ ਪੁਆਇੰਟ ਦਿੱਤੇ ਜਾਣਗੇ ਅਤੇ ਜਦੋਂ ਇਹ ਪੁਆਇੰਟ 70 ਹੋ ਜਾਣਗੇ ਤਾਂ ਉਸ ਇੰਗਲੈਂਡ ਵਿੱਚ ਪੜ੍ਹਾਈ ਕਰਨ ਦੇ ਯੋਗ ਮੰਨੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਇੰਗਲੈਂਡ ਵੱਲੋਂ ਇਹ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਸਰਕਾਰ ਦਾ ਕਹਿਣਾ ਹੈ ਕਿ ਉਹ ਦੁਨੀਆ ਭਰ ਦੇ ਵਿਦਿਆਰਥੀਆਂ ਨੂੰ ਇੱਕੋ ਨਜ਼ਰ ਨਾਲ ਦੇਖਣਗੇ, ਜਿਸ ਲਈ ਇਹ ਪੁਆਇੰਟ ਸਿਸਟਮ ਸ਼ੁਰੂ ਕੀਤਾ ਗਿਆ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਜ਼ੋਰਦਾਰ ਪ੍ਰਚਾਰ ਚੱਲ ਰਿਹਾ ਹੈ। ਇਸੇ ਦੌਰਾਨ ਹੀ ਦੋਨਾਂ ਉਮੀਦਵਾਰਾਂ ਵੱਲੋਂ ਇੱਕ ਦੂਜੇ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਜਾ ਰਹੇ ਨੇ। ਹੁਣ ਤੱਕ ਆਏ ਸਰਵੇਖਣਾਂ ਵਿੱਚ ਜੋ ਬਾਈਡਨ ਟਰੰਪ ਨਾਲੋਂ ਕਾਫੀ ਅੱਗੇ ਚੱਲ ਰਹੇ ਨੇ ਅਤੇ ਬਾਈਡਨ ਨੇ ਟਰੰਪ ਨਾਲੋਂ 9 ਅੰਕਾਂ ਦੀ बढ़त ਬਣਾਈ ਹੋਈ ਹੈ, ਪਰ ਇਸੇ ਦੌਰਾਨ ਹੀ ਅਮਰੀਕੀ ਰਾਸ਼ਟਰਪਤੀ ਵੱਲੋਂ ਹਰ ਤਰ੍ਹਾਂ ਦੇ ਸਿਆਸੀ ਹਮਲੇ ਜੋ ਬਾਈਡਨ ਤੇ ਕੀਤੇ ਜਾ ਰਹੇ ਨੇ। ਵਾਈਟ ਹਾਊਸ ਵਿੱਚ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੋ ਬਾਈਡਨ ਚੀਨ ਦੇ ਮੁੱਦੇ ਤੇ ਬੇਹੱਦ ਕਮਜ਼ੋਰ ਚੱਲ ਰਹੇ ਨੇ ਅਤੇ ਜੇਕਰ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਤਾਂ ਉਹ ਅਮਰੀਕਾ ਨੂੰ ਚੀਨ ਦੇ ਹੱਥ ਵੇਚ ਦੇਣਗੇ। ਟਰੰਪ ਨੇ ਇਸ ਪ੍ਰੈਸ ਕਾਨਫਰੰਸ 'ਚ ਦਾਅਵਾ ਕੀਤਾ ਕਿ ਇੱਕ ਵੱਡੇ ਚੀਨੀ ਫੌਜੀ ਰੱਖਿਆ ਠੇਕੇਦਾਰ ਨੂੰ ਮਿਸ਼ੀਗਨ ਦੀ ਆਟੋ ਪਾਰਟਸ ਨਿਰਮਾਤਾ ਕੰਪਨੀ ਦੀ ਵਿਕਰੀ ਸੰਭਵ ਬਣਾਉਣ ਲਈ ਇੱਕ ਅਮਰੀਕੀ ਕੰਪਨੀ ਦਾ ਹੱਥ ਸੀ ਅਤੇ ਇਹ ਉਹੀ ਕੰਪਨੀਆਂ ਜਿਸ ਵਿੱਚ ਬਾਈਡਨ ਦੇ ਪੁੱਤਰ ਸਾਂਝੀਦਾਰ ਨੇ। ਟਰੰਪ ਨੇ ਇੱਥੋਂ ਤੱਕ ਕਿਹਾ ਕਿ ਬਾਈਡਨ ਦੇ ਪੁੱਤਰ ਕੋਲ ਇਹ ਸ਼ੰਘਾਈ ਦੀ ਇੱਕ ਨਿੱਜੀ ਕੰਪਨੀ ਅਤੇ ਫਰਮ ਦੀ 10% ਹਿੱਸੇਦਾਰੀ ਹੈ। ਇਸੇ ਦੌਰਾਨ ਹੀ ਟਰੰਪ ਪੱਤਰਕਾਰਾਂ ਉੱਤੇ ਵੀ ਵਰਦੇ ਨਜ਼ਰ ਆਏ ਅਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਉੱਤੇ ਉਹ ਖਬਰਾਂ ਨਹੀਂ ਦੇ ਰਹੇ ਨੇ ਅਤੇ ਨਾ ਹੀ ਕਿਸੇ ਵੱਲੋਂ ਕੋਈ ਚੰਗੀ ਰਿਪੋਰਟਿੰਗ ਕੀਤੀ ਜਾ ਰਹੀ ਹੈ। ਟਰੰਪ ਤੇ ਦੋਸ਼ ਲਾਇਆ ਕਿ ਬਾਈਡਨ ਨੇ ਆਪਣੇ ਪੂਰੇ ਕੈਰੀਅਰ ਵਿੱਚ ਮਿਸ਼ੀਗਨ ਦੀਆਂ ਨੌਕਰੀਆਂ ਚੀਨ ਨੂੰ ਵੇਚੀਆਂ ਨੇ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਤੇ ਵੀ ਸਿਆਸੀ ਨਿਸ਼ਾਨੇ ਲਾਏ। ਟਰੰਪ ਨੇ ਕਿਹਾ ਕਿ ਕਮਲਾ ਹੈਰਿਸ ਅਮਰੀਕੀ ਲੋਕਾਂ ਨੂੰ ਜਾਣ-ਬੁੱਝ ਕੇ ਗੁੰਮਰਾਹ ਕਰ ਰਹੀ ਹੈ। ਕੈਨੇਡਾ ਵਿੱਚ ਪੰਜਾਬੀ ਮੂਲ ਦੇ ਸਾਬਕਾ MP ਰਾਜ ਗਰੇਵਾਲ ਤੇ ਪੁਲਿਸ ਨੇ ਗੰਭੀਰ ਚਾਰਜ ਲਾਏ ਨੇ। ਰਾਜ ਗਰੇਵਾਲ 2018 ਵਿੱਚ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਜੂਏ ਦੀ ਆਦਤ ਕਾਰਨ ਉਹਨਾਂ ਨੂੰ ਵੱਡਾ ਨੁਕਸਾਨ ਸਹਿਣਾ ਪਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇਣ ਦਾ ਵੀ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਰਾਜ ਗਰੇਵਾਲ ਦੀ ਆਲੋਚਨਾ ਵੀ ਹੋ ਰਹੀ ਸੀ। ਪਰ ਹੁਣ ਰਾਜ ਗਰੇਵਾਲ ਇੱਕ ਵਾਰੀ ਫਿਰ ਚਰਚਾ ਵਿੱਚ ਆ ਗਏ ਨੇ ਜਦੋਂ ਪੁਲਿਸ ਨੇ ਉਹਨਾਂ ਤੇ ਕਈ ਗੰਭੀਰ ਚਾਰਜ ਲਾਏ ਨੇ। ਜਾਣਕਾਰੀ ਅਨੁਸਾਰ RCMP ਨੇ ਵਿਸ਼ਵਾਸ ਭੰਗ ਕਰਨ ਦੇ ਉਹਨਾਂ ਤੇ 4 ਚਾਰਜ ਲਗਾਏ ਨੇ, ਜਦਕਿ ਇੱਕ ਚਾਰਜ ਧੋਖਾਧੜੀ ਕਰਨ ਦਾ ਵੀ ਲਾਇਆ ਗਿਆ। ਪੁਲਿਸ ਮੁਤਾਬਕ ਰਾਜ ਗਰੇਵਾਲ ਨੇ ਕਈ ਮਿਲੀਅਨ ਡਾਲਰ ਨਿੱਜੀ ਕਰਜ਼ੇ ਵਜੋਂ ਲਏ ਸਨ, ਜਿਸ ਬਾਰੇ ਐਥਿਕਸ ਕਮਿਸ਼ਨਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਕਿ ਰਾਜ ਗਰੇਵਾਲ ਨੇ ਜਿਹੜਾ ਕਰਜ਼ਾ ਲਿਆ ਸੀ ਇਹ ਰਕਮ ਉਸਨੇ ਆਪਣੇ ਜਨਤਕ ਦਫ਼ਤਰ ਨਾਲ ਸੰਬੰਧਿਤ ਕਾਰਜਾਂ ਵਿੱਚ ਵਰਤੀ ਸੀ, ਜਦਕਿ ਦਫ਼ਤਰ ਲਈ ਮਿਲਦੇ ਸਰਕਾਰੀ ਪੈਸੇ ਨੂੰ ਉਹਨਾਂ ਨੇ ਆਪਣੇ ਨਿੱਜੀ ਫਾਇਦੇ ਲਈ ਵਰਤਿਆ ਸੀ। ਪੁਲਿਸ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੁਣ ਰਾਜ ਗਰੇਵਾਲ ਉਲਝਦੇ ਨਜ਼ਰ ਆ ਰਹੇ ਨੇ, ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਹ ਗੰਭੀਰ ਚਾਰਜ ਉਹਨਾਂ ਉੱਤੇ ਲਾਏ ਨੇ।
ਰਾਜ ਗਰੇਵਾਲ ਨੂੰ ਜੂਆ ਖੇਡਣ ਦੀ ਆਦਤ ਕਾਰਨ ਗੰਭੀਰ ਆਰਥਿਕ ਅਤੇ ਸਿਆਸੀ ਨੁਕਸਾਨ ਸਹਿਣਾ ਪੈ ਰਿਹਾ ਹੈ। ਰਾਜ ਗਰੇਵਾਲ ਬਰੈਂਪਟਨ ਈਸਟ ਤੋਂ ਲਿਬਰਲ ਦੇ MP ਰਹੇ ਨੇ, ਪਰ ਜਦੋਂ ਉਹਨਾਂ ਨੇ ਇਹ ਖੁਲਾਸਾ ਕੀਤਾ ਸੀ ਕਿ ਜੂਏ ਦੀ ਆਦਤ ਕਾਰਨ ਉਹਨਾਂ ਕੋਲੋਂ ਕੋਈ ਪੈਸੇ ਦਾ ਹੇਰ-ਫੇਰ ਹੋਇਆ ਅਤੇ ਉਹਨਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਅਤੇ RCMP ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਲਿਬਰਲ ਪਾਰਟੀ ਨੇ ਵੀ ਉਹਨਾਂ ਤੋਂ ਕਿਨਾਰਾ ਕਰ ਲਿਆ ਸੀ ਅਤੇ ਉਹਨਾਂ ਨੂੰ ਆਪਣੇ ਕਾਕਸ ਵਿੱਚੋਂ ਬਾਹਰ ਕੱਢ ਦਿੱਤਾ ਸੀ। ਰਾਜ ਗਰੇਵਾਲ ਦੀ ਹੁਣ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ੀ ਹੋਵੇਗੀ, ਜਿਸ ਵਿੱਚ ਉਹ ਆਪਣਾ ਪੱਖ ਰੱਖਣਗੇ। ਪੂਰਾ ਮਾਮਲਾ ਬਾਹਰ ਆਉਣ ਤੋਂ ਬਾਅਦ ਰਾਜ ਗਰੇਵਾਲ ਨੂੰ ਪੰਜਾਬੀ ਭਾਈਚਾਰੇ ਦੀ ਤਿੱਖੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਇੱਕ ਜੂਆ ਖੇਡਣ ਦੀ ਆਦਤ ਕਾਰਨ ਰਾਜ ਗਰੇਵਾਲ ਨੂੰ ਆਰਥਿਕ ਤੌਰ ਤੇ ਅਤੇ ਸਿਆਸੀ ਜੀਵਨ 'ਚ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।